ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਨੂ ਸਾਹਿਬ ਦੇ ਸਵਾਗਤ ਦੇ ਨਾਲ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਪ੍ਰੋਗਰਾਮ ਸ਼ੁਰੂ ਕਰੋ ਜੀ ਕੁਝ ਗੱਲਾਂ ਕਰਨੀਆਂ ਚਾਹੁੰਦਾ ਜੀ। ਬਿਲਕੁਲ ਪੰਨੂ ਸਾਹਿਬ। ਪਹਿਲੀ ਤਾਂ ਇਹ ਕਿ ਇੱਕ ਸੱਜਣ ਬਾਰ-ਬਾਰ ਕਮੈਂਟ ਲਿਖ ਰਹੇ ਨੇ ਕਿ ਨਵਜੀਤ ਪ੍ਰੋਗਰਾਮ ਦੇ ਸ਼ੁਰੂ 'ਚ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਨਾ ਆਖਿਆ ਕਰੇ, ਜਤਿੰਦਰ ਪੰਨੂ ਜੀ ਆਖਿਆ ਕਰੇ। ਇਹ ਕੋਈ ਜ਼ਰੂਰੀ ਨਹੀਂ। ਪ੍ਰੋਗਰਾਮ ਦਾ ਨਾਂ ਹੈ, ਜਦੋਂ ਸ਼ੁਰੂ ਕੀਤਾ ਸੀ 5 ਸਾਲ ਪਹਿਲਾਂ, ਉਦੋਂ ਜਿਹੜਾ ਇਹਦਾ ਨਾਂ ਰੱਖਿਆ ਗਿਆ ਉਹ ਨਾਂ ਚੱਲਦਾ ਆਉਂਦਾ ਅਤੇ ਉਹ ਨਾਂ ਅਸੀਂ ਨਹੀਂ ਬਦਲ ਸਕਦੇ। ਉਹ ਸਾਰੇ ਸਾਡੇ ਦਰਸ਼ਕ ਪ੍ਰਵਾਨ ਕਰ ਚੁੱਕੇ ਆ ਅਤੇ ਜਿਹੜੇ ਸੱਜਣ ਇਹਦੇ ਉੱਤੇ ਮੁੜ ਟਿੱਪਣੀ ਕਰਦੇ, ਮੈਂ ਉਹਨਾਂ ਨੂੰ ਬੇਨਤੀ ਕਰੂੰ ਕਿ ਇਹ 'ਚ ਨਵਜੀਤ ਦਾ ਕੋਈ ਕਸੂਰ ਨਹੀਂ। ਇਹ ਪ੍ਰੋਗਰਾਮ ਦਾ ਇੱਕ ਨਾਂ ਚੱਲਦਾ ਅਤੇ ਚੱਲ ਰਿਹਾ। ਦੂਜੀ ਬੇਨਤੀ ਮੈਂ ਕਰਨੀ ਹੈ, ਯੂਕਰੇਨ ਅਤੇ ਰੂਸ ਦੀ ਜੰਗ ਦੇ ਸੰਬੰਧ ਵਿੱਚ, ਔਰ ਉਹਦੇ ਦੋ ਹਿੱਸੇ ਆ। ਪਹਿਲਾ ਹਿੱਸਾ ਤਾਂ ਮੈਂ ਆਪਣੇ ਦੇਸ਼ ਦੇ ਮਾਮਲੇ 'ਚ ਕਹੂੰਗਾ। ਸਾਡੇ ਬੱਚੇ ਉੱਥੇ ਪੜ੍ਹਨ ਗਏ ਸਨ। ਪੜ੍ਹਨ ਇਸ ਕਰਕੇ ਗਏ ਕਿ ਅਸੀਂ ਉਹਨਾਂ ਵਾਸਤੇ ਇੱਥੇ ਪੜ੍ਹਾਈ ਦਾ ਪ੍ਰਬੰਧ ਨਹੀਂ ਕਰ ਸਕੇ। ਸਰਕਾਰੀ ਕਾਲਜ ਥੋੜ੍ਹੇ ਆ ਜੀ, ਪ੍ਰਾਈਵੇਟ ਮੈਡੀਕਲ ਕਾਲਜ ਜ਼ਿਆਦਾ ਆ। ਉਹ ਸਾਰੇ ਹੀ ਵੱਡੇ ਵੱਡੇ ਧਨੀਆਂ ਨੇ ਖੋਲ੍ਹੇ ਆ, ਧਨੀ ਸੰਸਥਾਵਾਂ ਨੇ ਖੋਲ੍ਹੇ ਆ, ਧਨੀ ਘਰਾਣਿਆਂ ਨੇ ਖੋਲ੍ਹੇ ਆ, ਧਨੀ ਲੀਡਰਾਂ ਨੇ ਖੋਲ੍ਹੇ ਆ। ਉਹ ਕਿਸੇ ਦੀ ਅਕਲ ਨਹੀਂ ਵੇਖਦੇ, ਸ਼ਕਲ ਵੀ ਘੱਟ ਵੇਖਦੇ ਆ। ਸਿਰਫ ਇਹ ਵੇਖਦੇ ਆ ਕਿ ਲਿਆਕਤ ਨਾਲੋਂ ਤੋਲ ਕੇ ਬਰਾਬਰ ਤੇ ਪੈਸਿਆਂ ਦੀ ਤਾਕਤ ਵੀ ਹੈ ਕਿ ਨਹੀਂ ਹੈ। ਜਦੋਂ ਇੱਥੇ ਨਾ ਬੱਚਿਆਂ ਨੂੰ ਸੰਭਾਲਦੇ ਨਹੀਂ। ਬੱਚੇ ਯੂਕਰੇਨ ਵਿੱਚ ਵੀ ਪੜ੍ਹਨ ਜਾਂਦੇ, ਰੂਸ ਵਿੱਚ ਵੀ ਜਾਂਦੇ, ਹੋਰ ਦੇਸ਼ਾਂ 'ਚ ਵੀ ਜਾਂਦੇ ਆ। ਸਾਨੂੰ ਇਸ ਗੱਲ 'ਤੇ ਸ਼ਰਮ ਆਉਣੀ ਚਾਹੀਦੀ ਹੈ ਕਿ 1971 ਵਿੱਚ ਜਿਹੜਾ ਬੰਗਲਾਦੇਸ਼ ਅਸੀਂ ਆਜ਼ਾਦ ਕਰਾ ਕੇ ਦਿੱਤਾ ਸੀ, ਸਾਡੇ ਭਾਰਤੀ ਬੱਚੇ ਉਸ ਬੰਗਲਾਦੇਸ਼ ਵਿੱਚ ਵੀ ਪੜ੍ਹਨ ਵਾਸਤੇ ਜਾਂਦੇ ਆ। ਜੀ, ਕਿਉਂ ਜਾ ਰਹੇ? ਅਸੀਂ ਆਪਣੇ ਆਪ ਨੂੰ ਵਰਲਡ ਦੀ ਇੱਕ ਮਹਾਸ਼ਕਤੀ, ਵਿਸ਼ਵ ਗੁਰੂ ਬਣਾਉਣ ਦੇ ਸੁਪਨੇ ਵੇਖਦੇ ਹਾਂ ਅਤੇ ਹਾਲਤ ਸਾਡੀ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਜੋਗੇ ਨਹੀਂ। ਬੱਚੇ ਬਾਹਰ ਜਾਂਦੇ ਆ, ਮਜਬੂਰੀ ਦੇ ਮਾਰੇ ਜਾਂਦੇ ਆ। ਯੂਕਰੇਨ 'ਚ ਜੰਗ ਲੱਗ ਗਈ। ਸਾਨੂੰ ਆਪਣੇ ਬੱਚਿਆਂ ਦੀ ਚਿੰਤਾ ਸੀ। ਭਾਰਤੀ ਲੋਕਾਂ ਨੇ ਪੂਰੀ ਚਿੰਤਾ ਕੀਤੀ। ਭਾਰਤ ਦੀ ਸਰਕਾਰ ਨੇ, ਭਾਰਤ ਦੀ ਅੰਬੈਸੀ ਨੇ ਕੁਝ ਫਰਜ਼ ਨਿਭਾਇਆ ਅਤੇ ਕੁਝ ਕੋਤਾਹੀਆਂ ਵੀ ਹੋਈਆਂ। ਕੋਤਾਹੀਆਂ ਦੀ ਨੁਕਤਾਚੀਨੀ ਜਿੰਨੀ ਬਣਦੀ ਸੀ, ਬਣਦੀ ਨਾਲੋਂ ਵੱਧ ਕੀਤੀ। ਅਸੀਂ ਵੀ ਕੀਤੀ, ਲੋਕਾਂ ਵੀ ਕੀਤੀ। ਜਿਹੜਾ ਉਹਨਾਂ ਕੰਮ ਕੀਤਾ ਉਹਦੀ ਸਿਫਤ ਅਸੀਂ ਵੀ ਘੱਟ ਕੀਤੀ, ਲੋਕਾਂ ਵੀ ਘੱਟ ਕੀਤੀ। ਇਹ ਚੈਪਟਰ ਇੱਥੇ ਛੱਡ ਦਿਓ। ਇਸ ਵੇਲੇ ਤੱਕ ਮੈਂ ਜਾਣਬੁੱਝ ਕੇ ਇਸ ਗੱਲ 'ਤੇ ਚਰਚਾ ਨਹੀਂ ਸੀ ਕੀਤੀ ਕਿ ਬੱਚਿਆਂ ਨੂੰ ਆ ਲੈਣ ਦਿਓ। ਹੁਣ ਲਗਭਗ ਸਾਰੇ ਬੱਚੇ ਆ ਗਏ ਆ, ਥੋੜ੍ਹੇ ਜਿਹੇ ਰਹਿ ਗਏ, ਜਾਂ ਤਾਂ ਉਹ ਰਹਿ ਗਏ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ, ਜਿਹੜੇ ਪਹੁੰਚ ਨਹੀਂ ਕਰ ਸਕੇ, ਜਾਂ ਦੋ ਬੱਚੇ ਇਹੋ ਜਿਹੇ ਰਹਿ ਗਏ। ਇੱਕ ਸਾਡੇ ਪੰਜਾਬ ਦਾ ਮੁੰਡਾ, ਉਹਨੇ ਕਿਹਾ ਜੀ ਮੈਂ ਯੂਕਰੇਨ ਦਾ ਨਮਕ ਖਾਧਾ, ਮੈਂ ਔਕੜ ਦੀ ਘੜੀ ਇਹਨਾਂ ਨੂੰ ਛੱਡ ਕੇ ਨਹੀਂ ਭੱਜ ਸਕਦਾ, ਇਹਨਾਂ ਦੇ ਨਾਲ ਰਹੂੰਗਾ। ਜੀ, ਇੱਕ ਹਰਿਆਣੇ ਦੀ ਕੁੜੀ, ਉਹਨੇ ਆਖਿਆ ਜਿਹੜੇ ਪਰਿਵਾਰ ਵਿੱਚ ਮੈਂ ਕਿਰਾਏ 'ਤੇ ਰਹਿੰਦੀ ਹਾਂ, ਪਰਿਵਾਰ ਦਾ ਮੁਖੀ ਰੂਸ ਦੇ ਖਿਲਾਫ ਜੰਗ ਲੜਨ ਚਲਾ ਗਿਆ। ਉਹਦੀ ਪਤਨੀ, ਬੱਚਿਆਂ ਅਤੇ ਬਜ਼ੁਰਗ ਮਾਂ ਨੂੰ ਛੱਡ ਕੇ ਮੈਂ ਜਾਵਾਂ, ਮੈਨੂੰ ਸ਼ਰਮ ਆਉਂਦੀ ਹੈ, ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ। ਜੋ ਇਹਨਾਂ ਨਾਲ ਹੋਊ ਉਹ ਮੈਂ ਭੁਗਤੂੰਗੀ। ਜਿਹੜੇ ਹਰਿਆਣੇ 'ਚ ਬੜਾ ਪਛੜਿਆਪਣ ਮੰਨਦੇ ਆ, ਖਾਪ ਪੰਚਾਇਤਾਂ ਕਈ ਫੈਸਲੇ ਕਰਦੀਆਂ, ਉਸ ਹਰਿਆਣੇ ਦੀ ਇੱਕ ਬੱਚੀ ਨੇ ਸ਼ੇਰਨੀ ਬਣ ਕੇ ਵਿਖਾਇਆ। ਚੰਗੀ ਗੱਲ ਹੈ, ਅਸੀਂ ਉਹਦੀ ਕਦਰ ਕਰੀਏ। ਬਾਕੀ ਬੱਚੇ ਜਦ ਤੱਕ ਆ ਨਹੀਂ ਗਏ, ਮੈਂ ਮੁੱਦਾ ਛੇੜਿਆ ਨਹੀਂ। ਅੱਜ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਜੀ। ਸਾਡੇ ਬੱਚੇ ਸੀ, ਉਹਨਾਂ ਦੀ ਚਿੰਤਾ ਕਰਨੀ ਠੀਕ ਸੀ, ਪਰ ਜਿਹੜੇ ਉੱਥੇ ਲੱਖਾਂ ਬੱਚੇ ਨੇ ਮੌਤ ਦੇ ਮੂੰਹ ਆਏ ਨੇ, ਉਹ ਵੀ ਬੱਚੇ ਆ। ਕੀ ਸਿਰਫ ਆਪਣਾ ਬੱਚਾ ਹੀ ਬੱਚਾ ਹੁੰਦਾ? ਜੇ ਸਾਡੇ ਬੱਚੇ ਉੱਥੋਂ ਆ ਗਏ ਨੇ, ਕੀ ਇਹ ਲਿਖ ਕੇ ਦੇ ਆਏ ਕਿ ਅੱਗੇ ਤੋਂ ਅਸੀਂ ਤੁਹਾਡੇ ਇੱਥੇ ਦੇਸ਼ ਵਿੱਚ ਪੜ੍ਹਨ ਵਾਸਤੇ ਨਹੀਂ ਆਉਣਾ? ਜਾਂ ਭਾਰਤ ਨੇ ਕਹਿ ਦਿੱਤਾ ਕਿ ਅੱਗੇ ਤੋਂ ਸਾਡਾ ਕੋਈ ਬੱਚਾ ਉੱਥੇ ਪੜ੍ਹਨ ਵਾਸਤੇ ਨਹੀਂ ਜਾਵੇਗਾ? ਭਾਰਤ ਸਰਕਾਰ ਦੀਆਂ ਨੀਤੀਆਂ ਦਾ ਖਿਲਾਫ ਕਰਕੇ ਯੂਕਰੇਨੀ ਲੋਕਾਂ ਦੇ ਮਨ ਵਿੱਚ ਕਈ ਕਿਸਮ ਦੀਆਂ ਕੁੜੱਤਨਾਂ ਨੇ। ਉਹ ਠੀਕ ਨੇ, ਗਲਤ ਨੇ, ਵੱਖਰਾ ਵਿਸ਼ਾ।
ਪਰ ਜਦੋਂ ਇਹ ਬੱਚੇ ਇੱਥੇ ਆਉਂਦੇ ਆ, ਮਾਂ-ਬਾਪ ਵੱਲੋਂ ਖੁਸ਼ੀ ਮਨਾਉਣਾ, ਉਹਨਾਂ ਦਾ ਮੂੰਹ ਮੱਥਾ ਚੁੰਮਣਾ, ਗਲ ਲਾਉਣਾ, ਘਰ ਦੇ ਵਿੱਚ ਮਠਿਆਈ ਵੰਡਣਾ ਤਾਂ ਮੈਨੂੰ ਸਮਝ ਆਉਂਦਾ। ਉਹਨਾਂ ਦੇ ਗਲਾਂ 'ਚ ਨੋਟਾਂ ਦੇ ਹਾਰ ਪਾ ਪਾ ਕੇ ਇੱਕ ਬਕਾਇਦਾ ਜਲੂਸ ਦੀ ਸ਼ਕਲ ਵਿੱਚ ਰਿਸ਼ਤੇਦਾਰਾਂ ਦੇ ਘਰਾਂ 'ਚ ਲਿਆਉਣਾ, ਤੇ ਹੁਣ ਤਾਂ ਢੋਲ ਨਾਲ ਵੀ ਭੰਗੜੇ ਪਾਏ ਗਏ। ਉਹ ਮੌਤ ਦੇ ਮੂੰਹ ਹੋਣ ਜਿਨ੍ਹਾਂ ਦੇ ਨਾਲ ਇਹ ਕੱਲ੍ਹ ਤੱਕ ਬ੍ਰੇਕਫਾਸਟ ਕਰਦੇ ਸਨ, ਲੰਚ ਕਰਦੇ ਸਨ, ਡਿਨਰ ਕਰਦੇ ਸਨ, ਸਾਈਟ ਸੀਇੰਗ ਵਾਸਤੇ ਜਾਂਦੇ ਸਨ, ਕਲਾਸਾਂ 'ਚ ਪੜ੍ਹਦੇ ਸਨ। ਉਹ ਮੌਤ ਦੇ ਸਾਹਮਣੇ ਹੁਣ ਅਜੇ ਤੱਕ ਤੋਪਾਂ ਦੇ ਸਾਹਮਣੇ। ਇਹ ਬੱਚੇ ਘਰ ਆ ਕੇ ਜਦੋਂ ਇਹੋ ਜਿਹੀਆਂ ਖੁਸ਼ੀ ਦੀਆਂ ਖਬਰਾਂ ਇਹਨਾਂ ਦੀਆਂ ਜਾਂਦੀਆਂ ਨੇ, ਢੋਲ ਢਮੱਕੇ ਦੀਆਂ, ਯੂਕਰੇਨ ਦੇ ਵਿੱਚ ਇਹਦਾ ਰਿਐਕਸ਼ਨ ਬਹੁਤ ਹੋ ਰਿਹਾ। ਮੈਂ ਪੱਛਮੀ ਅਖਬਾਰਾਂ 'ਚ, ਯੂਰਪੀ ਅਖਬਾਰਾਂ ਦੇ ਵਿੱਚ ਕੁਝ ਇਹੋ ਜਿਹੀਆਂ ਖਬਰਾਂ ਵੇਖੀਆਂ ਕਿ ਉੱਥੋਂ ਦੇ ਬੱਚਿਆਂ ਨੇ ਇਹਦਾ ਬਹੁਤ ਬੁਰਾ ਮਨਾਇਆ। ਰੱਬ ਦਾ ਵਾਸਤਾ ਮੈਂ ਮੀਡੀਆ ਨੂੰ ਆਖੂੰਗਾ, ਕੱਲੇ ਕੱਲੇ ਪਿੰਡ 'ਚੋਂ ਜਾ ਕੇ, ਇੱਕ ਇੱਕ ਘਰ ਤੋਂ ਜਾ ਕੇ, ਜੇ ਤੁਸੀਂ ਇਹ ਸਟੋਰੀਆਂ ਲਾਉਣੀਆਂ ਤਾਂ ਰੋਜ਼ ਦੀਆਂ 20 ਲਾਓਗੇ, ਤੇ ਫਰਜ਼ ਕਰੋ ਪੰਜਾਬ ਦੇ ਜੇ 40,000 ਬੱਚੇ ਹੋਏ ਤੇ ਤੁਹਾਡੇ ਕੋਲ 2,000 ਦੇਣੇ ਅਗਲੇ 10 ਸਾਲ ਲਾਈ ਜਾਓ ਜੀ। ਪਰ ਇਹਦਾ ਕਿਤੇ ਅੰਤ ਹੋਣਾ ਚਾਹੀਦਾ। ਤੁਸੀਂ ਆਪਣੇ ਬੱਚੇ ਆਉਣ ਦੀ ਖੁਸ਼ੀ ਘਰੋ ਘਰੀ ਮਨਾਓ, ਪਰ ਉਹਨਾਂ ਨੂੰ ਚਿੜਾਓ ਨਾ। ਹੈਰਾਨੀ ਦੀ ਗੱਲ ਹੈ ਕਿ ਉੱਥੇ ਤਾਂ ਮਨੁੱਖ ਦੇ ਬੱਚੇ ਫਸੇ ਮੌਤ ਦੇ ਵਿੱਚ, ਮੂੰਹ 'ਚ, ਤੇ ਇੱਥੇ ਆਉਣ ਵਾਲਾ ਇੱਕ ਭਾਰਤੀ ਪਰਿਵਾਰ ਦਾ ਬੱਚਾ ਆਪਣੇ ਨਾਲ ਬਿੱਲੀਆਂ ਵੀ ਲੈ ਆਇਆ। ਇਹਦੇ ਨਾਲੋਂ ਚੰਗਾ ਸੀ ਉੱਥੇ ਜੰਗ ਦੇ ਮੂੰਹ ਮਰ ਗਏ, ਜੰਗ ਵਿੱਚ ਮਾਰੇ ਗਏ ਕਿਸੇ ਪਰਿਵਾਰ ਦੇ ਯਤੀਮ ਬੱਚਿਆਂ ਦੋ ਨੂੰ ਚੁੱਕ ਲਿਆਉਂਦਾ ਇੱਥੇ ਲਿਆ ਕੇ, ਤੇ ਅਸੀਂ ਅਡਾਪਟ ਕਰ ਲੈਂਦੇ, ਉਹਨਾਂ ਨੂੰ ਪਾਲ ਲੈਂਦੇ। ਕੁਝ ਮਨੁੱਖੀ ਦਰਦ ਹੋਣਾ ਚਾਹੀਦਾ। ਅਸੀਂ ਪੰਜਾਬ 'ਚ ਬੈਠੇ ਹਾਂ ਜਿੱਥੇ ਭਾਈ ਕਨ੍ਹਈਆ ਆਪਣਿਆਂ ਦੇ ਨਾਲ ਨਾਲ ਬੇਗਾਨਿਆਂ ਨੂੰ, ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ ਸੀ, ਤੇ ਜਦੋਂ ਗੁਰੂ ਸਾਹਿਬ ਨੇ ਮਲਮ ਦੀ ਡੱਬੀ ਦਿੱਤੀ ਤੇ ਸਿਰਫ ਆਪਣਿਆਂ ਦੇ ਨਹੀਂ, ਦੁਸ਼ਮਣ ਦੇ ਵੀ ਲਾਉਂਦਾ ਸੀ ਜੀ। ਅਸੀਂ ਸਾਰਿਆਂ ਨੂੰ ਭੁੱਲ ਕੇ ਆਪਣਿਆਂ ਦੇ ਆਇਆਂ ਦੀ ਖੁਸ਼ੀ ਜ਼ਰੂਰ ਮਨਾਓ, ਪਰ ਇਸ ਹੱਦ ਤੱਕ ਨਾ ਜਾਓ ਕਿ ਤੁਹਾਡੀ ਇਸ ਖੁਸ਼ੀ ਦੀ ਚਰਚਾ ਯੂਰਪ ਦੇ ਅਖਬਾਰਾਂ 'ਚ ਭੈੜੇ ਢੰਗ ਨਾਲ ਹੁੰਦੀ ਹੋਵੇ, ਤੇ ਥੋੜ੍ਹਾ ਜਿਹਾ ਕੰਟਰੋਲ ਰੱਖੋ। ਇਹ ਮੇਰੀ ਬੜੀ ਨਿਮਾਣੀ ਜੀ ਬੇਨਤੀ ਹੈ, ਜੇ ਮੰਨ ਸਕਣ। ਦੂਸਰੀ ਬੇਨਤੀ ਇਹ ਮੈਂ ਕਰਨੀ ਹੈ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਸ ਜੰਗ ਦੇ ਵਿੱਚ ਰੂਸ ਦਾ ਕਸੂਰ ਹੈ, ਯੂਕਰੇਨ ਭੁਗਤ ਰਿਹਾ, ਅਮਰੀਕਾ ਤਾਂ ਸਿਰਫ ਮਦਦ ਹੀ ਕਰ ਰਿਹਾ। ਮੈਂ ਇਹਦੇ ਸੰਬੰਧ 'ਚ ਕਹੂੰਗਾ ਕਿ ਯੂਕਰੇਨ ਬਿਲਕੁਲ ਭੁਗਤ ਰਿਹਾ, ਉਹ ਮਾਰ ਖਾ ਰਿਹਾ। ਯੂਕਰੇਨ ਦੇ ਲੋਕਾਂ ਨਾਲ ਹਮਦਰਦੀ ਹੋਣੀ ਚਾਹੀਦੀ ਆ, ਹਰ ਕਿਸੇ ਦੀ ਹੁੰਦੀ। ਅਸੀਂ ਵੀ ਕਹਿੰਦੇ ਆ, ਰੂਸ ਦੀ ਜੰਗ ਮੂਹਰੇ ਜਿਹੜੇ ਲੋਕ ਆਏ ਆ, ਮੌਤ ਦੇ ਸਾਹਮਣੇ ਖੜੇ ਆ, ਸਾਡੀ ਉਹਨਾਂ ਨਾਲ ਹਮਦਰਦੀ ਹੋਣੀ ਚਾਹੀਦੀ ਆ ਜੀ। ਰੂਸ ਨੇ ਜੰਗ ਲਾਈ, ਬਹਾਨੇ ਕੋਈ ਵੀ ਹੋਣ, ਭਾਵੇਂ ਉਹਨੂੰ ਪਤਾ ਕਿ ਨਾਟੋ ਦਾ ਮੈਂਬਰ ਬਣਨ ਲੱਗਾ ਸੀ, ਐਟਮੀ ਮਿਜ਼ਾਈਲਾਂ ਮੇਰੀਆਂ ਜੜ੍ਹਾਂ ਲੱਗ ਕੇ ਬੀੜੀਆਂ ਜਾਣੀਆਂ ਸੀ, ਮੈਂ ਉਹਨਾਂ ਨੂੰ ਆਉਣ ਤੋਂ ਰੋਕਣ ਵਾਸਤੇ ਇਹ ਕਹਿ ਕੇ ਕਿ ਯੂਕਰੇਨ ਜਾਂ ਤਾਂ ਨਿਰਪੱਖ ਹੋ ਕੇ, ਜਾਂ ਮੈਂ ਫਿਰ ਤਾਂ ਚੱਲਣ ਨਹੀਂ ਦਊਂਗਾ, ਇਹਨੇ ਹਮਲਾ ਕੀਤਾ। ਕਾਰਨ ਜਿੰਨੇ ਮਰਜ਼ੀ ਵਾਜਬ ਹੋਣ, ਹਮਲਾ ਨਹੀਂ ਸੀ ਕਰਨਾ ਚਾਹੀਦਾ। UNO 'ਚ ਜਾ ਕੇ ਮੁੱਦਾ ਰੱਖਣਾ ਚਾਹੀਦਾ ਸੀ। ਇਹ ਮੁੱਦਾ ਉਦੋਂ ਵੀ ਰੱਖਣਾ ਚਾਹੀਦਾ ਸੀ ਜਦੋਂ ਅਮਰੀਕਾ ਵਾਲਿਆਂ ਨੇ ਵੱਖ-ਵੱਖ ਦੇਸ਼ਾਂ 'ਚ, ਇਰਾਕ ਵਰਗੇ ਦੇਸ਼ਾਂ ਵਿੱਚ ਵੀ ਜਾ ਕੇ ਹਾਲਾਤ ਵਿਗਾੜੇ। ਕਿਸੇ ਵਕਤ ਤਾਂ ਲਿਬਨਾਨ ਅੱਜ ਰੁਲ ਕੇ ਰਹਿ ਗਿਆ। ਪਹਿਲਾਂ ਸਾਡੇ ਮੁੰਡੇ ਇੱਥੋਂ ਉੱਥੇ ਨੌਕਰੀਆਂ ਕਰਨ ਜਾਂਦੇ ਸੀ ਤੇ ਨੋਟਾਂ ਦੀਆਂ ਪੰਡਾਂ ਲਿਆਉਂਦੇ ਸੀ। ਜਿਹੜੇ ਲੀਬੀਆ 'ਚ ਜਾਂਦੇ ਸੀ, ਨੋਟਾਂ ਦੀਆਂ ਪੰਡਾਂ ਲਿਆਉਂਦੇ ਸੀ, ਲੀਬੀਆ ਰੁਲ ਕੇ ਰਹਿ ਗਿਆ। ਸੀਰੀਆ ਤੇ ਇਰਾਕ ਰੁਲ ਗਏ। ਇਹ ਸਾਰੇ ਪੱਛਮੀ ਤਾਕਤਾਂ ਦੇ ਰੋਲੇ ਆ। ਅੱਜ ਇਸ ਰੂਸ ਤੇ ਯੂਕਰੇਨ ਦੀ ਜੰਗ ਵਿੱਚ ਅਮਰੀਕਾ ਦੀ ਰਾਜਨੀਤੀ ਦਾ ਰੋਲ ਜਿਹੜਾ, ਉਹਨੂੰ ਅੱਖੋਂ ਪਰੋਖਾ ਕੀਤਾ ਜਾ ਰਿਹਾ। 2020 ਦੇ ਵਿੱਚ ਜੋ ਬਾਈਡਨ ਜਿਹੜਾ ਉਹਨੇ ਅਹੁਦਾ ਸੰਭਿਆ, ਇਹਦੇ ਤੋਂ ਪਹਿਲਾਂ ਜਿਹੜੀ ਚੋਣ ਚੱਲਦੀ ਰਹੀ, ਉਹ ਚੋਣ ਦੇ ਦੌਰਾਨ ਇਹ ਤੇ ਜੋ ਡੋਨਲਡ ਟਰੰਪ ਆਪੋ ਜਦੋਂ ਭਿੜਦੇ ਸੀ, ਯੂਕਰੇਨ ਦੀ ਚਰਚਾ ਉਦੋਂ ਵੀ ਸੀ, ਅੱਜ ਸਾਰੀ ਦੁਨੀਆ ਨੂੰ ਭੁੱਲ ਕਿਉਂ ਗਈ ਜੀ। ਡੋਨਲਡ ਟਰੰਪ ਨੇ ਆਖਿਆ ਸੀ ਕਿ ਜੋ ਬਾਈਡਨ ਦਾ ਪੁੱਤਰ ਹੰਟਰ ਬਾਈਡਨ ਉੱਥੋਂ ਦੀ ਇੱਕ ਵੱਡੀ ਕੰਪਨੀ 'ਚ ਗਿਆ, ਇਹਨਾਂ ਨੇ ਫਰਾਡ ਕੀਤਾ, ਇਹ ਕੀਤਾ, ਉਹ ਕੀਤਾ, ਉਹਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਚਰਚਾ 'ਚ ਆਇਆ ਸੀ
ਕਿ ਉੱਥੋਂ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਫੋਨ ਕੀਤਾ ਟਰੰਪ ਨੇ ਕਿ ਤੇਰੀ ਮਦਦ ਮੈਂ ਕਰੂੰਗਾ ਤੇ ਤੂੰ ਇੱਕ ਵਾਰੀ ਜੋ ਬਾਈਡਨ ਨੂੰ ਫਸਾ ਦੇ। ਇਹਦਾ ਮਤਲਬ ਕਿ ਟਰੰਪ ਨੇ ਉਹਨੂੰ ਆਪਣੀ ਰਾਜਨੀਤੀ ਵਾਸਤੇ ਵਰਤਿਆ ਸੀ। ਬਾਅਦ ਵਿੱਚ ਕਹਿੰਦੇ ਆ ਕਿ ਉਹ ਗੱਲ ਗਲਤ ਸਾਬਤ ਹੋਈ। ਹੋ ਸਕਦਾ ਗੱਲ ਹੀ ਗਲਤ ਹੋਵੇ, ਟਰੰਪ ਨੇ ਝੂਠਾ ਦੋਸ਼ ਲਿਆ ਹੋਵੇ। ਦੂਸਰੇ ਪਾਸਿਓਂ ਇਸ ਦੋਸ਼ ਦਾ ਜਵਾਬ ਕੌਣ ਦੇਵੇਗਾ ਕਿ ਜੋ ਬਾਈਡਨ ਦਾ ਪੁੱਤਰ ਹੰਟਰ ਬਾਈਡਨ ਉੱਥੋਂ ਦੀ ਇੱਕ ਕੰਪਨੀ 'ਚ ਜਾ ਕੇ ਸਲਾਹਕਾਰ ਬਣਿਆ, ਵਾਈਸ ਪ੍ਰੈਜ਼ੀਡੈਂਟ ਉਹਨਾਂ ਬਣਾ ਦਿੱਤਾ। ਕੰਪਨੀ ਛੇੜੀ ਸੀ ਜਿਹਦੇ ਉੱਤੇ ਕਈ ਕਿਸਮ ਦੇ ਦੋਸ਼ ਲੱਗਦੇ ਸਨ। $50,000 ਮੰਥਲੀ ਦੀ ਤਨਖਾਹ ਦੇ ਉੱਤੇ ਜਾ ਲੱਗਾ। ਅਸੀਂ ਸੁਣਿਆ ਰਾਜੇ ਦਾ ਪੁੱਤ ਮੰਗਣ ਜਾਵੇ ਤੇ ਉਹਨੂੰ ਮੋਤੀਆਂ ਦੀ ਖੈਰ ਪੈਂਦੀ ਆ ਜੀ। ਜੋ ਬਾਈਡਨ ਉਦੋਂ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ, ਇਹਦਾ ਪੁੱਤਰ ਮੰਗਣ ਨਹੀਂ ਗਿਆ, ਨੌਕਰੀ ਕਰਨ ਗਿਆ, ਮੋਟੀ ਖੈਰ ਪਈ ਔਰ ਕਈ ਕਿਸਮ ਦੇ ਦੋਸ਼ ਇਹ 'ਤੇ ਲੱਗੇ। ਉਹਨਾਂ ਦੋਸ਼ਾਂ ਦੀ ਪੜਤਾਲ ਵੀ ਆਖਿਆ ਜੀ ਝੂਠੀ ਹੈ। ਇਹ ਵੀ ਦੋਸ਼ ਲੱਗਾ ਕਿ ਇਹਨਾਂ ਦੇ ਦਬਾਅ ਥੱਲੇ ਉੱਥੋਂ ਦਾ ਸਭ ਤੋਂ ਵੱਡਾ ਪ੍ਰਾਸੀਕਿਊਟਰ ਬਦਲ ਦਿੱਤਾ ਗਿਆ, ਉਹ ਵੀ ਉਹਨਾਂ ਆਖਿਆ ਝੂਠੀ ਹੈ। ਮੈਨੂੰ ਨਹੀਂ ਪਤਾ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ 'ਤੇ ਲੱਗੇ ਦੋਸ਼ ਸੱਚੇ ਸੀ ਕਿ ਝੂਠੇ ਸੀ। ਮੈਨੂੰ ਨਹੀਂ ਪਤਾ ਡੋਨਲਡ ਟਰੰਪ ਕੀ ਕਰਦਾ ਸੀ, ਕੀ ਨਹੀਂ ਸੀ ਕਰਦਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਦਾ ਤੇ ਰੂਸ ਦੀ ਰਾਜਧਾਨੀ ਮਾਸਕੋ ਦੇ ਮੇਅਰ ਦੀ ਪਤਨੀ ਦਾ ਕਾਰੋਬਾਰ ਦਾ ਕੀ ਲੈਣ ਦੇਣ ਹੋਇਆ ਸੀ, ਜਿਹਦੇ ਵਿੱਚ ਲੱਖਾਂ ਡਾਲਰ ਹੰਟਰ ਬਾਈਡਨ ਤੱਕ ਆਏ ਦੱਸੇ ਗਏ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਹੜਾ ਡੋਨਲਡ ਟਰੰਪ ਅੱਜ ਕਹਿੰਦਾ ਕਿ ਮੇਰੇ ਤੋਂ ਰੂਸ ਵਾਲੇ ਪੁਤਨ ਹੋਣੇ ਡਰਦੇ ਨਹੀਂ ਸੀ, ਹੁਣ ਉਹਦੀ ਚਿੱਠੀ ਇੱਕ ਆ ਗਈ ਹੈ ਸਾਹਮਣੇ ਕਿ ਉਹਨੇ ਆਖਿਆ ਕਿ ਟਾਈਮ ਮੈਗਜ਼ੀਨ ਨੇ ਜਦੋਂ ਤੈਨੂੰ ਮੈਨ ਆਫ ਦਾ ਈਅਰ ਬਣਾਇਆ, ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਪੁਤਨ ਮੈਂ ਤੇਰਾ ਸਭ ਤੋਂ ਵੱਡਾ ਫੈਨ ਹਾਂ। ਅੱਜ ਉਹਦੇ ਖਿਲਾਫ ਬੋਲਦਾ ਜੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਭਾਰਤ ਦੇ ਲੀਡਰ, ਭਾਰਤ ਦੇ ਕਾਲਾ ਕਾਰੋਬਾਰ ਕਰਨ ਵਾਲੇ, ਭਾਰਤ ਦੇ ਐਕਟਰ, ਭਾਰਤ ਦੇ ਅਫਸਰ ਆਪਣੀ ਕਾਲੀ ਪੂੰਜੀ ਲੁਕਾਉਣ ਵਾਸਤੇ ਪਨਾਮਾ ਨੂੰ ਜਾਂਦੇ, ਅਮਰੀਕਾ ਦੀਆਂ ਜੜ੍ਹਾਂ ਦੇ ਵਿੱਚ ਸੇਂਟ ਕਿਟਸ ਉੱਥੇ ਜਾਂਦੇ, ਅੱਡ ਅੱਡ ਥਾਵਾਂ 'ਤੇ ਜਾਂਦੇ ਆ। ਉਹਨਾਂ ਸਾਰੀਆਂ ਥਾਵਾਂ ਨੂੰ ਛੱਡ ਕੇ ਅਮਰੀਕਾ ਦੇ ਲੀਡਰ ਜੋ ਬਾਈਡਨ ਹੋਵੇ, ਉਹਦਾ ਪੁੱਤਰ ਹੰਟਰ ਬਾਈਡਨ ਹੋਵੇ, ਜਾਂ ਡੋਨਲਡ ਟਰੰਪ ਹੋਵੇ ਤੇ ਉਹਦਾ ਪੁੱਤਰ ਜੂਨੀਅਰ ਟਰੰਪ ਹੋਵੇ, ਸਾਰੇ ਯੂਕਰੇਨ ਨੂੰ ਇਹੋ ਜਿਹੀਆਂ ਗੱਲਾਂ ਵਾਸਤੇ ਕਿਉਂ ਭਜਦੇ ਰਹੇ। ਇਹ ਸਾਰਾ ਕੁਝ ਦੱਸਦਾ ਕਿ ਕਿਸੇ ਨਾ ਕਿਸੇ ਕਿਸਮ ਦੀਆਂ ਤਾਰਾਂ ਉੱਥੋਂ ਹਿਲਦੀਆਂ, ਜਿਨ੍ਹਾਂ ਨੇ ਯੂਕਰੇਨ 'ਚ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਜਿਹੜੇ ਰੂਸ ਦੇ ਨਾਲ ਉਹ 50 ਸਾਲ ਟਿਕਿਆ ਰਿਹਾ ਸੀ। 50 ਨਾ ਕਹੋ, 43 ਕਹ ਲਓ, ਇੰਨੇ ਸਾਲ ਟਿਕਿਆ ਰਿਹਾ ਸੀ। ਉਸ ਰੂਸ ਦੇ ਨਾਲ ਇੰਨੇ ਸੰਬੰਧ ਉਹਨੇ ਵਿਗਾੜ ਲਏ ਕਿ ਅੱਜ ਜੰਗ ਲੜਨੀ ਪੈ ਗਈ, ਆਪਣੇ ਬੰਦੇ ਮਰਵਾਉਣੇ ਪੈ ਗਏ ਅਤੇ ਉਹਨਾਂ ਦੇ ਮਾਰਨ ਦੇ ਦਾਅਵੇ ਕਰਨੇ ਪੈ ਗਏ ਆ, ਸਾਰੀ ਦੁਨੀਆ ਤੋਂ ਹਥਿਆਰ ਮੰਗਣੇ ਪੈ ਗਏ। ਇਹ ਹਾਲਾਤ ਕਿੱਧਰ ਨੂੰ ਗਏ? ਇਹ ਸਾਰਾ ਕੁਝ ਬਹੁਤ ਹੈ ਜਿਹਦੇ ਵਿੱਚ ਨਾ ਅਮਰੀਕੀਆਂ ਦੀ ਰਾਜਨੀਤੀ ਨੂੰ ਮੁਆਫ ਕੀਤਾ ਜਾ ਸਕਦਾ, ਰਾਜਨੀਤਿਕ ਲੀਡਰਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ, ਨਾ ਵਲਾਦੀਮੀਰ ਪੁਤਿਨ ਨੂੰ ਮੁਆਫ ਕੀਤਾ ਜਾ ਸਕਦਾ। ਸਿਰਫ ਤੇ ਸਿਰਫ ਇਸ ਵੇਲੇ ਜੇ ਮੌਤ ਦੇ ਮੂੰਹ ਇਸ ਕ੍ਰਾਸ ਫਾਇਰਿੰਗ ਵਿੱਚ ਫਸੇ ਆ ਤੇ ਯੂਕਰੇਨ ਦੇ ਲੋਕ ਫਸੇ ਆ, ਜਿਨ੍ਹਾਂ ਨਾਲ ਸਾਡੇ 'ਚੋਂ ਹਰ ਇੱਕ ਦੀ ਹਮਦਰਦੀ ਹੋਣੀ ਚਾਹੀਦੀ ਹੈ। ਵੱਡੇ ਤਬੇਲੇ ਦੀ ਬੜਾ ਬਸ਼ੇਰੇ ਦੇ ਗਲ ਪੈਣ ਵਾਲੀ ਗੱਲ ਹੈ ਜੀ। ਇਹਨਾਂ ਸਾਰਿਆਂ ਦੀ ਵੱਡੀ ਜਿਹੜੀ ਲੜਾਈ ਹੈ ਉਹ ਇਸ ਵੇਲੇ ਯੂਕਰੇਨ ਦੇ ਲੋਕ ਭੁਗਤਦੇ ਆ। ਸਾਡੀ ਉਹਨਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ, ਲੋਕਾਂ ਨਾਲ, ਉੱਥੋਂ ਦੀ ਲੀਡਰਸ਼ਿਪ ਨਾਲ ਨਹੀਂ, ਲੋਕਾਂ ਨਾਲ। ਬੜੇ ਵਧੀਆ ਤਰੀਕੇ ਨਾਲ ਪੰਨੂ ਸਾਹਿਬ ਤੁਸੀਂ ਸਾਰਾ ਕੁਝ ਸਮਝਾਇਆ। ਚਲੋ ਰਾਜਨੀਤੀ ਦੀਆਂ ਖਬਰਾਂ ਵੀ ਕਰਦੇ ਕਿਉਂਕਿ ਉਹ ਵੀ ਜ਼ਰੂਰੀ ਹੈ, ਕਿਉਂਕਿ ਚੋਣ ਨਤੀਜੇ ਆਉਣ ਵਾਲੇ ਆ। ਉਹ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ, ਕੋਈ ਕਹਿੰਦਾ ਲੰਗੜੀ ਸਰਕਾਰ ਬਣਨੀ ਹੈ, ਕੋਈ ਕਹਿੰਦਾ ਗੱਠਜੋੜ ਹੋ ਜਾਣਾ। ਪਰ ਪੰਨੂ ਸਾਹਿਬ ਇੱਕ ਗੱਲ ਪਤਾ ਲੱਗੀ ਹੈ, ਕਹਿੰਦੇ ਕਿ ਜੋੜ ਤੋੜ ਜਿਹਾ ਹੋਣਾ ਸ਼ੁਰੂ ਹੋ ਗਿਆ। ਖਰੀਦੋ ਫਰੋਖਤ ਸੰਭਾਵੀ ਜਿਹੜੇ ਵਿਧਾਇਕ ਹੋ ਸਕਦੇ ਆ ਜਾਂ ਜਿਹੜੇ ਹੈਗੇ ਆ, ਉਹਨਾਂ ਨਾਲ ਗੱਲ ਚੱਲਦੀ ਪਈ ਹੈ। ਕਿੰਨਾ ਕੁ ਸੱਚ ਹੈ ਤੇ ਕੀ ਪ੍ਰਭਾਵ ਪੈ ਸਕਦਾ? ਅੱਜ 7 ਤਰੀਕ ਹੋ ਗਈ ਹੈ ਮਾਰਚ ਦੀ। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਕਰਕੇ ਐਗਜ਼ਿਟ ਪੋਲ ਰੋਕੇ ਹੋਏ ਸਨ ਜੀ। ਅੱਜ ਸ਼ਾਮ ਨੂੰ ਜਦੋਂ ਉਹ ਚੋਣਾਂ ਦਾ ਸਮਾਂ ਖਤਮ ਹੋ ਜਾਂਦਾ ਵੋਟਾਂ ਪੈਣ ਦਾ, ਉਹਦੇ ਬਾਅਦ ਟੀਵੀ ਚੈਨਲਾਂ ਨੇ ਮੋਟਾ ਅੰਦਾਜ਼ਾ ਦੇ ਦੇਣਾ, ਐਗਜ਼ਿਟ ਪੋਲ ਸਾਹਮਣੇ ਆ ਜਾਣੇ। ਫਿਰ 8-9 ਛੱਡੋ, 10 ਤਰੀਕ ਸਵੇਰੇ ਅੱਧੇ ਦਿਨ ਤੋਂ ਪਹਿਲਾਂ ਸਾਫ਼ ਹੋ ਜਾਣਾ ਪੰਜਾਬ ਵਿੱਚ ਸਰਕਾਰ ਕਿਹਦੀ, ਉੱਤਰ ਪ੍ਰਦੇਸ਼ ਉੱਤਰਾਖੰਡ 'ਚ ਕਿਹਦੀ, ਮਣੀਪੁਰ ਤੇ ਗੋਆ 'ਚ ਕਿਹਦੀ। ਇੰਨਾ ਸਮਾਂ ਉਡੀਕਿਆ ਨਹੀਂ ਜਾ ਰਿਹਾ। ਜਿਨ੍ਹਾਂ ਦੇ ਮਨ ਵਿੱਚ ਕੁਰਸੀਆਂ ਦੀ ਖਿੱਚ ਜ਼ਿਆਦੀ ਆ, ਉਹ ਅਗੜਵਾਂਡੀ ਇਹ ਵੇਖ ਕੇ ਫਲਾਨਾ ਜਿੱਤ ਸਕਦਾ, ਫਲਾਨਾ ਵੀ ਜਿੱਤ ਸਕਦਾ, ਨੇ ਫਲਾਨਾ
ਉੱਥੋਂ ਤੱਕ ਉਹਨਾਂ ਨੇ ਚੋਰ ਘੋੜੀਆਂ ਭਜਾਉਣੀਆਂ ਸ਼ੁਰੂ ਕਰ ਦਿੱਤੀਆਂ। ਜੀ ਚੋਰ ਘੋੜੀਆਂ ਹੁੰਦੀਆਂ ਸੀ, ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਚੋਰ ਹੁੰਦੇ ਸਨ ਨਾ, ਉਹ ਰਾਤ ਨੂੰ ਆਪਣਾ ਇੱਕ ਬੰਦਾ ਪਹਿਲਾਂ ਘੱਲਦੇ ਹੁੰਦੇ ਸੀ। ਉਹ ਗਲੀਆਂ ਦੇ ਵਿੱਚ ਘੁੰਮਦਾ ਹੁੰਦਾ ਸੀ ਜਿੱਥੇ ਚੋਰੀ ਕਰਨੀ ਹੁੰਦੀ ਸੀ, ਅਤੇ ਜੇ ਉਹਨੂੰ ਕੋਈ ਪੁੱਛੇ ਕਿ ਭਾ ਤੂੰ ਕਿੱਥੇ ਫਿਰਦਾ, ਤੂੰ ਕਾਹਦੇ ਲਈ ਫਿਰਦਾ ਇਸ ਵੇਲੇ, ਤੇ ਅਗਲੇ ਪਿੰਡ ਦਾ ਨਾਂ ਲੈ ਕੇ ਕਹਿੰਦਾ ਹੁੰਦਾ ਸੀ ਰਾਤ ਨੂੰ ਪਤਾ ਜਿਹਾ ਨਹੀਂ ਲੱਗਦਾ, ਮੈਂ ਤੇ ਫਲਾਣੇ ਪਿੰਡ ਜਾਣਾ, ਮੈਨੂੰ ਰਾਹ ਨਹੀਂ ਲੱਭ ਰਿਹਾ, ਦੱਸ ਦਿਓ। ਤੇ ਫਿਰ ਬਾਹਰ ਆ ਕੇ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਸੀ ਬੰਦੇ ਜਾਗਦੇ ਜੇ ਜਾਇਓ ਨਾ। ਉਹ ਜਿਹੜਾ ਬੰਦਾ ਅਗੇਤਾ ਸੂਹ ਲੈਣ ਵਾਸਤੇ ਭੇਜਿਆ ਜਾਂਦਾ ਉਹਨੂੰ ਚੋਰ ਘੋੜੀਆਂ ਕਹਿੰਦੇ ਸੀ। ਅੱਜ ਕੱਲ੍ਹ ਇਹ ਸਿਆਸੀ ਲੀਡਰਾਂ ਨੇ ਚੋਰ ਘੋੜੀਆਂ ਭਜਾਈਆਂ ਹੋਈਆਂ। ਇਹਨਾਂ ਦੀਆਂ ਚੋਰ ਘੋੜੀਆਂ ਇਸ ਵੇਲੇ ਹਰ ਵਿਰੋਧੀ ਪਾਰਟੀ, ਆਪਣੇ ਤੋਂ ਬਿਨਾਂ ਦੂਸਰੀ ਪਾਰਟੀ, ਉਹਨਾਂ ਦੇ ਬੰਦਿਆਂ ਤੱਕ ਪਹੁੰਚ ਕਰਦੀਆਂ ਪਈਆਂ। ਉਹ ਪਹੁੰਚ WhatsApp ਦੇ ਉੱਤੇ ਵੀ ਹੋ ਰਹੀ ਆ, ਉਹ ਪਹੁੰਚ ਬੰਦੇ ਭੇਜ ਕੇ ਵੀ ਹੋ ਰਹੀ ਹੈ। ਸਿੱਧੇ ਤੌਰ 'ਤੇ ਕਿਸੇ ਨੂੰ ਮਿਲਣ ਦੇ ਬਜਾਏ ਉਹਦੇ ਮਾਸੀ ਦੇ ਪੁੱਤ, ਮਾਮੇ ਦੇ ਪੁੱਤ ਨੂੰ ਜਾ ਕੇ ਮਿਲ ਕੇ, ਬਾਈ ਜੀ ਤੇਰੇ ਨਾਲ ਬੜੇ ਦਿਨਾਂ ਦਾ ਮਿਲਣ ਨੂੰ ਦਿਲ ਕਰਦਾ ਹੈ, ਚਾਹ ਦਾ ਕੱਪ ਪੀਣਾ। ਚਾਹ ਦਾ ਕੱਪ ਪੀਣ ਲੱਗਿਆ ਉਹਦੀ ਜੇਬ 'ਚ ਰੁਪਈਏ 5 ਲੱਖ ਪਾ ਦਿਓ। ਜਿਹੜਾ 5000 ਨੂੰ ਤਰਸਦਾ ਹੋਵੇ ਤੇ ਉਹਨੂੰ ਆਖੋ ਕਿ ਆਪਣੇ ਉਸ ਭੂਆ ਦੇ ਪੁੱਤ ਨੂੰ ਜਾ ਕੇ ਮਨਾ ਜ਼ਰੂਰ, ਆਪਾਂ ਤੇ ਸੁਖਣਾ ਸੁੱਖਦੇ ਤੇਰਾ ਭਰਾ ਜਿੱਤ ਜਾਵੇ, ਜੇ ਜਿੱਤ ਗਿਆ ਤਾਂ ਉਹਨੂੰ ਆਖੀ ਸਾਡੇ ਵੱਲ ਆ ਜੇ, ਜੋ ਲੈਣਾ ਤੈਨੂੰ ਵੀ ਨਿਹਾਲ ਕਰ ਦਿਆਂਗੇ ਤੇ ਉਹਨੂੰ ਵੀ। ਕਿਸੇ ਦੇ ਸਹੁਰਿਆਂ ਵੱਲ ਜਾਂਦੇ ਆ, ਕਿਸੇ ਦੀ ਭੈਣ ਦੇ ਸਹੁਰਿਆਂ ਵੱਲ ਜਾਂਦੇ ਆ। ਇਹ ਕੰਮ ਅੱਗੇ ਵੀ ਹੁੰਦਾ ਰਿਹਾ, ਇਹ ਕੰਮ ਇਸ ਵਾਰੀ ਵੀ ਹੁੰਦਾ ਪਿਆ ਔਰ ਬੜੀ ਤੇਜ਼ੀ ਨਾਲ ਹੋ ਰਿਹਾ। ਕਿਹੜੀਆਂ ਕਿਹੜੀਆਂ ਪਾਰਟੀਆਂ ਤੇ ਕਿਹੜੇ ਕਿਹੜੇ ਲੀਡਰ ਕਰ ਰਹੇ ਆ, ਤੇ ਕਿਹੜੀ ਪਾਰਟੀ ਸਭ ਤੋਂ ਵੱਧ ਨਿਸ਼ਾਨਾ ਰੱਖੀ ਆ ਕਿ ਉਹਦੇ ਬੰਦੇ ਤੋੜਨੇ ਆ, ਉਹਨਾਂ ਨੂੰ ਵੀ ਪਤਾ, ਮੈਨੂੰ ਵੀ ਪਤਾ। ਔਰ ਜਿਹੜੇ ਚੋਣਾਂ ਲੜਨ ਵਾਲੇ ਆ ਤੇ ਜਿਹੜੇ ਬੜੀ ਇਸ ਵੇਲੇ ਤਾਕਤ ਗਿਣੇ ਜਾਂਦੇ ਆ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪਤਾ। ਜੇ ਇਹ ਕੰਮ ਹੋਵੇਗਾ ਤੇ ਇਹ ਲੋਕਤੰਤਰ ਦਾ ਕਤਲ ਕਰਨ ਵਾਲੀ ਗੱਲ ਹੋਵੇਗੀ। ਕੋਈ ਵਕਤ ਸੀ ਆਇਆ ਰਾਮ ਗਿਆ ਰਾਮ ਦੀ ਖੇਡ ਹਰਿਆਣੇ 'ਚ ਸ਼ੁਰੂ ਹੋਈ ਸੀ। ਗਿਆ ਰਾਮ ਹੁੰਦਾ ਸੀ, ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਚਲਾ ਗਿਆ। ਪੁੱਛਿਆ ਗਿਆ ਰਾਮ, ਕਹਿੰਦੇ ਜੀ ਉਹ ਤਾਂ ਸੱਚੀ ਮੁੱਚੀ ਗਿਆ ਰਾਮ ਹੋ ਗਿਆ। ਦੁਪਹਿਰ ਤੱਕ ਪਤਾ ਲੱਗਿਆ ਵਾਪਸ ਆ ਗਿਆ, ਕਹਿੰਦੇ ਲੈ ਵੀ ਗਿਆ ਰਾਮ ਦਾ ਨਾਂ ਬਦਲ ਦੇ, ਇਹ ਹੁਣ ਆਇਆ ਰਾਮ ਹੋ ਗਿਆ। ਸ਼ਾਮ ਨੂੰ ਫਿਰ ਉੱਥੇ ਚਲਾ ਗਿਆ ਸੀ। ਉਦੋਂ ਇਹ ਰੌਲਾ ਪਿਆ ਸੀ 1970-71 'ਚ ਆਇਆ ਰਾਮ ਗਿਆ ਰਾਮ ਦਾ। ਹੁਣ ਜਿਹੜੇ ਇਹ ਖਰੀਦੋ ਫਰੋਖਤ ਦੇ ਚੱਕਰ ਵਿੱਚ ਫਸਦੇ ਪਏ ਆ, ਮਤ ਸਮਝਣ ਕਿ ਇਹ ਗੱਲ ਸਿਰਫ ਸਾਡੇ ਤੱਕ ਸੀਮਤ ਹੈ। ਖਰੀਦੋ ਫਰੋਖਤ ਕਰਨ ਵਾਲੇ ਦਲਾਲਾਂ ਨੇ ਤਾਂ ਆਪਣਾ ਕੰਮ ਕਰਨਾ ਸੋ ਕਰਨਾ। ਇਹ ਜਿਹੜੇ ਇਹੋ ਜਿਹੇ ਬੰਦੇ ਆ, ਲੋਕਾਂ ਦਾ ਫਤਵਾ ਆਉਣ ਤੋਂ ਬਾਅਦ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰੇਗਾ, ਸਾਡੇ ਸਮਾਜ ਦੇ ਲੋਕ ਅੱਗੇ ਨਾਲੋਂ ਇੰਨੇ ਕੁ ਸਿਆਣੇ ਹੋ ਗਏ ਆ ਕਿ ਮੁੜ ਕੇ ਅਗਲੀ ਵਾਰੀ ਉਸ ਬੰਦੇ ਨੂੰ ਗਲੀ 'ਚ ਨਹੀਂ ਨਿਕਲਣ ਦੇਣਗੇ, ਪਾਥੀਆਂ ਬਹੁਤ ਵੱਜਣਗੀਆਂ। ਜੀ ਜਿਹਨੇ ਕਰਨਾ ਸੋਚ ਕੇ ਕਰੇ, ਪਹਿਲਾਂ ਇਹ ਵੇਖ ਲਵੇ ਕਿ ਇੰਨੀਆਂ ਕੁ ਪਾਥੀਆਂ ਖਾਣ ਜੋਗਾ ਸਿਰ ਹੈਗਾ। ਅੱਗੋਂ ਉਹ ਟ੍ਰੈਫਿਕ ਵਾਲੇ ਕਹਿੰਦੇ ਹੁੰਦੇ ਨਾ, ਹੈਲਮਟ ਪਾਓ, ਨਹੀਂ ਪਾਉਣਾ ਤੇ ਮਰਜ਼ੀ ਹੈ ਆਪਕੀ, ਆਖਰ ਸਿਰ ਵੀ ਹੈ ਆਪਕਾ। ਮੈਂ ਵੀ ਇਹੋ ਕਹੂੰਗਾ ਕਿ ਕਰਨਾ ਜੋ ਮਰਜ਼ੀ ਕਰਿਓ, ਮਰਜ਼ੀ ਹੈ ਆਪਕੀ, ਆਖਰ ਸਿਰ ਵੀ ਹੈ ਆਪਕਾ। ਪਰ ਜਿਹਨੇ ਇਹੋ ਜਿਹੇ ਮੌਕੇ 'ਤੇ ਇਹੋ ਜਿਹੀ ਦਲ ਬਦਲੀ ਕੀਤੀ ਹੈ, ਗੰਦੀ ਖੇਡ ਖੇਡੀ, ਲੋਕ ਗਿੱਲੀਆਂ ਨਹੀਂ ਸੁੱਕੀਆਂ ਪਾਥੀਆਂ ਵੀ ਮਾਰਨਗੇ। ਬਿਲਕੁਲ ਪੰਨੂ ਸਾਹਿਬ, ਸਹੀ ਗੱਲ ਹੈ। ਦੂਸਰੇ ਪਾਸੇ ਇੱਕ ਮਾੜੀ ਖਬਰ ਹੈ ਪੰਨੂ ਸਾਹਿਬ, BSF ਦੇ ਜਵਾਨਾਂ ਤੇ ਫਾਇਰਿੰਗ ਹੋਈ ਹੈ ਤੇ 4 ਜਵਾਨਾਂ ਦੀ ਮੌਤ ਹੋ ਗਈ ਹੈ। ਫਾਇਰਿੰਗ ਉਹਨਾਂ ਦੇ ਸਾਥੀ ਨੇ ਕੀਤੀ ਹੈ। ਅੱਜ ਤੋਂ 15 ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਤੇ ਉਸ ਤੋਂ ਪਹਿਲਾਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ। ਇੱਦਾਂ ਦੀ ਖਬਰਾਂ ਦਾ ਕੀ ਕਾਰਨ ਲੱਗਦਾ ਹੈ? ਬੜੀ ਵਾਰ ਆਈਆਂ ਨੇ ਜੀ। ਇਹ ਖਬਰਾਂ ਦਾ ਕਾਰਨ ਇਹ ਹੈ ਕਿ ਡਿਊਟੀ ਦੇ ਮਾਮਲਿਆਂ 'ਚ ਕਿਤੇ ਨਾ ਕਿਤੇ ਵਾਧਾ ਘਾਟਾ ਹੁੰਦਾ। ਇੱਥੇ ਹੁਣ ਅੰਮ੍ਰਿਤਸਰ BSF ਹੈੱਡਕੁਆਟਰ ਵਿੱਚ ਵੀ ਇੱਕ ਜਵਾਨ ਨੇ ਆਖਿਆ, ਜਨਰਲ ਡਿਊਟੀ ਵਾਲੇ ਸਨ, ਉਹਨੇ ਆਖਿਆ ਜੀ ਮੇਰੇ ਤੋਂ ਡਿਊਟੀ ਲਈ ਜਾ ਰਹੀ ਹੈ। ਬਾਹਰ ਤੇ ਲੋਕਾਂ ਨੂੰ ਪਤਾ ਨਹੀਂ, BSF ਦੇ ਜਵਾਨਾਂ ਨੂੰ 8 ਘੰਟੇ ਨਹੀਂ 16 18 ਘੰਟੇ ਵੀ ਡਿਊਟੀ ਕਰਨੀ ਪੈਂਦੀ ਹੈ। ਰਾਤ ਨੂੰ ਟਾਵਰਾਂ 'ਤੇ ਚੜ੍ਹ ਕੇ ਪਾਕਿਸਤਾਨ ਵੱਲ ਝਾਕਣਾ ਪੈਂਦਾ। ਸਵੇਰੇ ਕੰਡੇਦਾਰ ਤਾਰ ਦੇ ਨਾਲ ਜਿਹੜਾ ਲੱਗਾ ਘਾਹ ਹੈ, ਉਹਦੇ ਵਾਸਤੇ ਸਰਕਾਰ ਲੇਬਰ ਨਹੀਂ ਭੇਜਦੀ। ਉਹਦੇ ਵਿੱਚ ਗੋਡਿਆਂ ਪਰਨੇ ਹੋ ਕੇ ਉਹ ਘਾਹ ਵੀ ਕੱਟਣਾ ਪੈਂਦਾ। ਕਈ ਵਾਰੀ ਉਹਦੇ ਵਿੱਚ ਵੀ ਜ਼ਖਮੀ ਹੁੰਦੇ, ਕਦੇ ਤਾਰ ਨੂੰ ਹੱਥ ਲੱਗ ਜਾਵੇ ਤੇ ਉਹਦਾ ਵੀ ਨੁਕਸਾਨ ਹੁੰਦਾ। ਇਹ ਸਾਰੀਆਂ ਮੁਸ਼ਕਲਾਂ ਨੂੰ ਕਰਨੀਆਂ ਪੈਂਦੀਆਂ। ਡਿਊਟੀ ਦੇ ਵਾਧੇ ਘਾਟੇ ਤੋਂ ਉੱਥੇ ਹਰ ਕੋਈ ਖਿਝਿਆ ਪਿਆ। ਉਹਨਾਂ ਦੀ ਕਾਉਂਸਲਿੰਗ ਦੀ ਲੋੜ ਹੈ, ਉਹਨਾਂ ਦੇ ਮਾਨਸਿਕ ਤੌਰ 'ਤੇ ਇਲਾਜ ਕਰਨ ਦੀ ਲੋੜ ਹੈ, ਅਤੇ ਜੇ ਗਿਣਤੀ ਘੱਟ ਹੈ ਤਾਂ ਗਿਣਤੀ ਵਧਾਉਣ ਦੀ ਲੋੜ ਹੈ। ਪਰ ਇਹ ਇਕੱਲਾ BSF 'ਚ ਨਹੀਂ, ਕਈ ਵਾਰ CRP 'ਚ, ITBP 'ਚ, CISF 'ਚ
ਆਰਮੀ ਵਿੱਚ ਹੋਇਆ। ਜੀ ਔਰ ਆਰਮੀ ਵਿੱਚ ਹੋਣ ਦਾ ਕਾਰਨ ਕੀ ਆ, ਇੱਕ ਵਾਰੀ ਲਦਾਖ ਦੇ ਇਲਾਕੇ 'ਚ ਇੱਕ ਫੌਜੀ ਜਵਾਨ ਨੂੰ ਇਸ ਕਰਕੇ ਕੁੱਟਿਆ ਗਿਆ ਕਿ ਫੌਜੀ ਅਫਸਰ ਦੀ ਪਤਨੀ ਤੰਬੂ ਦੇ ਨਾਲ ਬਣੇ ਬਾਥਰੂਮ ਸੀ ਤੇ ਉਹ ਝਾਕਣ ਗਿਆ ਸੀ। ਉਹ ਕਹਿੰਦਾ ਮੈਂ ਗਿਆ ਹੀ ਨਹੀਂ। ਉਹਨੂੰ ਬੇਤਹਾਸ਼ਾ ਕੁੱਟਿਆ ਗਿਆ, ਜਵਾਨ ਬਾਗੀ ਹੋ ਗਏ। ਰਾਤ ਨੂੰ ਜਵਾਨਾਂ ਨੇ ਅਫਸਰਾਂ ਤੇ ਹਮਲਾ ਕਰਤਾ। ਅਫਸਰ ਉੱਥੋਂ ਭੱਜੇ, ਪਹਾੜਾਂ ਦੇ ਵਿੱਚ ਹਨੇਰੇ 'ਚ ਤੁਰ ਤੁਰ ਕੇ ਕਈ ਮੀਲ ਤੇ ਦੂਸਰੀ ਛਾਉਣੀ 'ਚ ਗਏ। ਉੱਥੋਂ ਸਵੇਰੇ ਆ ਕੇ ਉਹਨਾਂ ਸਾਰਿਆਂ ਦੇ ਕਾਬੂ ਪਾਇਆ ਗਿਆ ਸੀ। ਤੇ ਗੱਲ ਵਿੱਚੋਂ ਇਹ ਨਿਕਲੀ ਕਿ ਜਿੱਥੇ ਉਹ ਹੈਗੇ ਸਨ ਉੱਥੇ ਕਿਸੇ ਵੀ ਅਫਸਰ ਨੂੰ ਪਤਨੀ ਨਾਲ ਲਿਜਾਣ ਦੀ ਆਗਿਆ ਨਹੀਂ ਸੀ। ਉੱਥੇ ਤੋਪਾਂ ਟੈਸਟ ਕਰਨੀਆਂ ਸੀ ਤੇ ਕੁਝ ਅਫਸਰ ਆਪਣੀਆਂ ਪਤਨੀਆਂ ਨੂੰ ਤੋਪਾਂ ਚੱਲਦੀਆਂ ਵਿਖਾਉਣ ਵਾਸਤੇ ਨਾਲ ਲੈ ਗਏ ਸੀ। ਉਹਨਾਂ 'ਚੋਂ ਇੱਕ ਅਫਸਰ ਦੀ ਪਤਨੀ ਜਦੋਂ ਬਾਥਰੂਮ ਵਿੱਚ ਸੀ ਤੇ ਰੌਲਾ ਪੈ ਗਿਆ ਜੀ ਫਲਾਣਾ ਫੌਜੀ ਜਵਾਨ ਉੱਧਰ ਦੀ ਗਿਆ ਸੀ ਤੇ ਬਾਥਰੂਮ 'ਚ ਝਾਕ ਗਿਆ ਸੀ। ਇਸ ਗੱਲ ਨੂੰ ਹੁਣ 10-12 ਸਾਲ ਹੋ ਗਏ ਮੈਂ ਅੱਜ ਕਰਨ ਲੱਗਾ, ਪਰ ਰਿਕਾਰਡ ਤੇ ਆ। ਗੱਲ ਦੀ ਗੂੰਜ ਉਦੋਂ ਪਾਰਲੀਮੈਂਟ ਤੱਕ ਪਹੁੰਚੀ ਸੀ। ਜੀ ਇਹ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ, ਇਹਨਾਂ ਦੇ ਘੇਰੇ ਘੇਰੇ ਇੱਕ ਡਿਸਪਲਿਨ ਦੀ ਕੰਡੇਦਾਰ ਤਾਰ ਹੈ। ਉਹਦੇ ਵਿੱਚ ਜਵਾਨ ਜਿੰਨਾ ਚਿਰ ਤੱਕ ਡਿਸਪਲਿਨ 'ਚ ਰਹਿਣ ਠੀਕ ਆ। ਜਦੋਂ ਡਿਸਪਲਿਨ ਟੁੱਟਦਾ ਜਵਾਨਾਂ ਦਾ ਕਰਕੇ ਨਹੀਂ, ਅਫਸਰਾਂ ਦਾ ਕਰਕੇ ਟੁੱਟਦਾ। ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ ਹੁੰਦੀ ਆ। ਹਾਲਾਤ ਇਸ ਤਰ੍ਹਾਂ ਦੇ ਹੋ ਕੇ ਲਗਾਤਾਰ ਟੈਨਸ਼ਨਾਂ 'ਚ ਰਹਿੰਦੇ। ਉਹ ਟੈਨਸ਼ਨਾਂ ਦੂਰ ਕਰਨ ਦੀ ਲੋੜ ਆ। ਮੈਂ ਫਿਰ ਕਹੂੰਗਾ ਕਿ ਕਾਉਂਸਲਿੰਗ ਦੀ ਲੋੜ ਹੋਈ। ਜੋ ਕੱਲ੍ਹ ਹੋਇਆ ਬਹੁਤ ਮਾੜਾ ਹੋਇਆ। ਮਾਰਨ ਵਾਲਾ ਵੀ ਮਰ ਗਿਆ, ਦੂਜੇ ਵੀ ਮਾਰਤੇ। ਅੱਗੇ ਤੋਂ ਦੁਬਾਰਾ ਇਹੋ ਜਿਹੀ ਘਟਨਾ ਹੋਣੀ ਨਹੀਂ ਚਾਹੀਦੀ। ਜੀ ਖਬਰਾਂ ਚੱਲਦੀਆਂ ਪਈਆਂ, ਸਰਕਾਰ ਇੱਥੇ ਕੁਝ ਕਰਨ ਦਾ ਸੋਚ ਰਹੀ ਹੈ। ਬਾਕੀ ਦੇਖਦੇ ਹਾਂ ਪੰਨੂ ਸਾਹਿਬ, ਪਰ ਤੁਸੀਂ ਚਰਚਾ ਕੀਤੀ ਖਬਰਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਐਗਜ਼ਿਟ ਪੋਲ ਸ਼ੁਰੂ ਹੋ ਜਾਣੇ ਆ, ਸ਼ਾਮ ਤੋਂ ਪਤਾ ਲੱਗਣ ਲੱਗ ਪੈਣਾ ਕਿ ਸਰਕਾਰ ਕਿਹਦੀ ਬਣਦੀ ਹੈ ਕਿਹਦੀ ਨਹੀਂ, ਕਿਉਂਕਿ ਪੱਬਾਂ ਭਾਰ ਸਾਰੇ ਹੋਏ ਪਏ ਆ ਤੇ ਦੂਸਰੇ ਪਾਸੇ ਲੀਡਰਾਂ ਦੇ ਸਾਹ ਸੁੱਕ ਰਹੇ ਆ। ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।